ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਟੱਡੀ ਅਤੇ ਇਨਫੋ ਵਿੱਚ ਤੁਹਾਡਾ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਤੁਹਾਨੂੰ ਵਾਰਡ ਅਟੈਂਡੈਂਟ ਦੇ ਐਗਜ਼ਾਮ ਦੀ ਤਿਆਰੀ ਕਰਵਾ ਰਹੇ ਹਾਂ। ਇਸ ਦੇ ਸੰਬੰਧ ਵਿੱਚ ਤੁਸੀਂ ਜੀਕੇ ਤੇ ਮੈਥ ਦੀਆਂ ਵੀਡੀਓਜ਼ ਚੈਨਲ ਦੀ ਪਲੇਲਿਸਟ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਫਸਟ ਏਡ ਤੇ ਕਰੋਨਾ ਸੰਬੰਧੀ ਕੁਐਸਚਨ ਜਿਹੜੇ ਕਿ ਤੁਹਾਡੇ ਐਗਜ਼ਾਮ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹਨ, ਉਹ ਵੀ ਚੈਨਲ ਦੀ ਪਲੇਲਿਸਟ ਉੱਤੇ ਜਾ ਕੇ ਦੇਖ ਸਕਦੇ ਹੋ, ਜਾਂ ਫਿਰ ਇਹਨਾਂ ਦੇ ਲਿੰਕ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਵਿੱਚ ਵੀ ਮਿਲ ਜਾਣਗੇ। ਇਸੇ ਦੇ ਸੰਬੰਧ ਵਿੱਚ ਅੱਜ ਅਸੀਂ ਤੁਹਾਡੇ ਲਈ ਇੰਗਲਿਸ਼ ਦੀ ਵੀਡੀਓ ਲੈ ਕੇ ਆਏ ਹਾਂ। ਇਹ ਇੰਗਲਿਸ਼ ਦੇ ਫਿਲ ਇਨ ਦੀ ਬਲੈਂਕਸ ਵਾਲੇ ਕੁਐਸਚਨ ਤੁਹਾਡੇ ਐਗਜ਼ਾਮ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ। ਇਸ ਲਈ ਵੀਡੀਓ ਨੂੰ ਧਿਆਨ ਨਾਲ ਦੇਖਿਓ। ਜੋ ਚੈਨਲ ਉੱਤੇ ਨਵੇਂ ਹਨ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਦਬਾ ਲੈਣ ਤਾਂ ਕਿ ਤੁਸੀਂ ਸਾਡੇ ਚੈਨਲ ਨਾਲ ਜੁੜ ਕੇ ਵਾਰਡ ਅਟੈਂਡੈਂਟ ਦੇ ਐਗਜ਼ਾਮ ਦੀ ਤਿਆਰੀ ਕਰ ਸਕੋ। ਇਸ ਸੰਬੰਧੀ ਕੋਈ ਹੋਰ ਸੂਚਨਾ ਜਾਂ ਲੇਟੈਸਟ ਭਰਤੀਆਂ ਦੀ ਇਨਫੋਰਮੇਸ਼ਨ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਉੱਤੇ ਵੀ ਅਪਲੋਡ ਕਰਦਾ ਰਹਿੰਦਾ ਹਾਂ। ਟੈਲੀਗ੍ਰਾਮ ਤੇ ਇੰਸਟਾਗ੍ਰਾਮ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੋਇਆ ਹੈ, ਉੱਥੋਂ ਤੁਸੀਂ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ, ਜਾਂ ਫਿਰ ਤੁਸੀਂ ਸਟੱਡੀ ਐਂਡ ਇਨਫੋ ਸਰਚ ਕਰਕੇ ਵੀ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ। ਚਲੋ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਅੱਜ ਅਸੀਂ ਇੰਗਲਿਸ਼ ਦਾ ਸੈਕਿੰਡ ਟੌਪਿਕ ਕਰਾਂਗੇ। ਪਹਿਲਾ ਟੌਪਿਕ ਅਸੀਂ ਆਰਟੀਕਲਸ ਦਾ ਕੀਤਾ ਸੀ। ਸੈਕਿੰਡ ਟੌਪਿਕ ਹੈ ਸਾਡਾ ਪ੍ਰੈਪੋਜੀਸ਼ਨਸ। ਪ੍ਰੈਪੋਜੀਸ਼ਨਸ ਕੀ ਹੁੰਦੀਆਂ ਨੇ? ਵਰਡਸ ਦੈਟ ਲਿੰਕ ਨਾਊਨ ਪ੍ਰਨਾਊਨ ਟੂ ਅਦਰ ਪਾਰਟਸ ਆਫ ਸੈਂਟੈਂਸ। ਕਿਸੇ ਵੀ ਸੈਂਟੈਂਸ ਵਿੱਚ ਜਿਹੜੇ ਸ਼ਬਦ ਨਾਂਵ ਤੇ ਪੜਨਾਂਵ ਨੂੰ ਉਸ ਸੈਂਟੈਂਸ ਦੇ ਬਾਕੀ ਦੇ ਪਾਰਟ ਨਾਲ ਜੋੜਦੇ ਨੇ, ਉਹਨਾਂ ਨੂੰ ਕਹਿੰਦੇ ਆ ਪ੍ਰਨਾਊਨ। ਜਿਵੇਂ ਕਿ ਮੈਂ ਕਹਾਂ keep this on the table, keep this on the table। ਇੱਥੇ ਸਾਡੇ ਕੋਲ the table ਨਾउन ਹੈ, keep this ਸੈਂਟੈਂਸ ਦਾ ਇੱਕ ਪਾਰਟ ਹੈ ਤੇ on ਜੋ ਹੈ ਇਹ ਪ੍ਰੈਪੋਜੀਸ਼ਨ ਹੈ। ਤਾਂ ਇਸ ਦਾ ਮਤਲਬ ਇਸਨੇ ਨਾउन ਨੂੰ ਸੈਂਟੈਂਸ ਨਾਲ ਜੋੜ ਲਿਆ ਹੈ। ਜੋ ਪ੍ਰੈਪੋਜੀਸ਼ਨ ਨੇ ਇਹ ਸਾਡਾ ਇੱਕ ਤਰ੍ਹਾਂ ਨਾਲ ਲਿੰਕਿੰਗ ਦਾ ਕੰਮ ਕਰਦੇ ਨੇ, ਸੈਂਟੈਂਸ ਵਿੱਚ ਲਿੰਕ ਬਣਾਉਂਦੇ ਨੇ। ਠੀਕ ਹੈ, ਇਹ ਲਿੰਕ ਕਰਦੇ ਆ ਨਾउन ਤੇ ਪ੍ਰਨਾउन ਨੂੰ ਸੈਂਟੈਂਸ ਦੇ ਕਿਸੇ ਹੋਰ ਪਾਰਟਸ ਨਾਲ। ਕਿਹੜੇ ਸਾਡੇ ਕੋਲ ਆਮ ਤੌਰ ਤੇ ਪ੍ਰਨਾउंस ਯੂਜ਼ ਹੁੰਦੇ ਆ? ਦੇਖੋ ਔਨ, ਜੋ ਕਿ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ। ਔਨ ਹੁੰਦਾ ਹੈ ਉੱਪਰ, ਪਰ ਇਸਦਾ ਹਰ ਜਗ੍ਹਾ ਮੀਨਿੰਗ ਔਨ ਹੀ ਨਹੀਂ ਹੁੰਦਾ। ਜਿਸ ਤਰ੍ਹਾਂ ਕਈ ਵਾਰ ਇਹ ਯੂਜ਼ ਹੁੰਦਾ ਆਈ ਵਿਲ ਮੀਟ ਯੂ ਔਨ ਮੰਡੇ। ਦਿਨਾਂ ਦੇ ਸ਼ੁਰੂ 'ਚ ਵੀ ਔਨ ਅਸੀਂ ਲਾ ਦਿੰਦੇ ਹਾਂ, ਜਦ ਕਿ ਉਸਦਾ ਮਤਲਬ ਉੱਪਰ ਨਹੀਂ ਹੁੰਦਾ। ਠੀਕ ਹੈ, ਤੇ ਇਨ ਹੁੰਦਾ ਹੈ ਵਿੱਚ, ਪਰ ਇਹਨਾਂ ਦੇ ਪੰਜਾਬੀ ਵਿੱਚ ਜੋ ਮੀਨਿੰਗ ਨੇ ਉਹ ਇਹ ਨੇ, ਪਰ ਇਹ ਸੈਂਟੈਂਸ ਵਿੱਚ ਯੂਜ਼ ਡਿਫਰੈਂਟ ਤਰੀਕਿਆਂ ਨਾਲ ਹੋ ਜਾਂਦੇ ਨੇ। ਇਸੇ ਤਰ੍ਹਾਂ ਐਟ ਅਸੀਂ ਟਾਈਮ ਦੇ ਮੂਹਰੇ ਯੂਜ਼ ਕਰਦੇ ਹਾਂ, ਜਾਂ ਫਿਰ ਜਗ੍ਹਾਵਾਂ ਅੱਗੇ ਟਾਈਮ, ਜਨਰਲ, ਸਮॉल ਪਲੇਸਿਸ। ऑफ, फ्रॉम, अप, डाउन, टू, विद, फॉर, बाय, अबव, बिलो, ओवर, अराउंड, इनटू, थ्रो, अंडर, इनसाइड, आउटसाइड। ये सारियां प्रैपोजिशनस है। इन्हों मैं यूज़ करके तुहानूं दिखावांगी कि किहड़े नूं किवें यूज़ करदे, क्योंकि इन्हां दा हरेक दा मीनिंग जो असीं नहीं दस सकते। जिवें ऑफ है, ऑफ ਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ? ਜਦੋਂ ਅਸੀਂ ਸੈਂਟੈਂਸ ਨੂੰ ਲਿੰਕ ਕਰਨਾ ਹੋਵੇ, ਜਿਸ ਤਰ੍ਹਾਂ ਟੇਕ ਕੇਅਰ ਆਫ ਯੋਰਸੈਲਫ, ਆਪਣਾ ਧਿਆਨ ਰੱਖੋ। ਇਸਨੇ ਸਿਰਫ ਲਿੰਕਿੰਗ ਦਾ ਕੰਮ ਕੀਤਾ ਹੈ। ਟੇਕ ਕੇਅਰ ਆਫ, ਆਫ ਦਾ ਮਤਲਬ ਹੈ ਕਿ ਕਿਸ ਦਾ। ਇਸੇ ਤਰ੍ਹਾਂ ਫਰੋਮ ਦਾ ਮਤਲਬ ਪੰਜਾਬੀ ਵਿੱਚ ਹੁੰਦਾ ਹੈ ਕਿ ਕਦੋਂ ਤੋਂ, ਜਾਂ ਇਸ ਤੋਂ, ਜਾਂ ਉਸ ਤੋਂ। ਅਪ ਉੱਪਰ, डाउन नीचे, टू किस नू। ठीक है, या फिर किस ते, जिस तरह गो टू स्कूल, या इट बिलोंग्स टू मी। विद होंदा है नाल, फॉर होंदा है लई। फॉर नू जिवें असीं कहिए प्लीज़ वेट फॉर मी, मेरे लिए उड़ीक करो। विद होंदा है नाल, कम विद मी, मेरे नाल आओ। बाय किस दे द्वारा। जिस तरह दिस ड्रेस इज स्टिच्ड बाय एन एक्सपीरियंसड टेलर, उत्थे आ गया बाय कि जो ये ड्रेस है एक बहुत तजर्बेकार दर्जी द्वारा बनाई गई है, उस वल्लों बनाई गई है। अबव यानी कि ऊपर, बिलो यानी कि नीचे। इसनों असीं किवें लिंक सेंटेंस विच यूज़ कर सकते हैं कि योर मार्क्स आर अबव 30, तुहाडे मार्क्स जो 30 तो उपर हैं, जां बिलो जां ओवर भी उपर। अराउंड मीनस नेड़े तेड़े, योर मार्क्स आर अराउंड 33।
ਇਨਟੂ ਵੀ ਇਨ ਵਾਂਗ ਹੀ ਹੁੰਦਾ ਹੈ ਵਿੱਚ, ਪਰ ਇਨਟੂ ਨੂੰ ਅਸੀਂ ਯੂਜ਼ ਕਰਦੇ ਹਾਂ ਮੋਸ਼ਨ ਦੱਸਣ ਲਈ, ਜਦੋਂ ਕੋਈ ਚੀਜ਼ ਮੂਵਮੈਂਟ ਦੇ ਵਿੱਚ ਹੋਵੇ। ਜਿਸ ਤਰ੍ਹਾਂ ਅਸੀਂ ਕਹਿਣਾ ਹੈ she went into the room, ਹੁਣ ਉਹ ਕਮਰੇ ਵਿੱਚ ਚਲੀ ਗਈ, ਕਿਉਂਕਿ ਉਸ ਦਾ ਮੋਸ਼ਨ ਇਨਕਲੂਡਿਡ ਸੀ ਤਾਂ ਇੱਥੇ ਇਨਟੂ ਆ ਗਿਆ। ਇਨ ਅਸੀਂ ਤਾਂ ਕਰਨਾ ਹੈ ਜੇਕਰ ਉਹ ਸਟੈਟਿਕ ਫਾਰਮ ਵਿੱਚ ਹੈ, ਯਾਨੀ ਕਿ ਖੜੀ ਜੋ ਸਥਿਤੀ ਨੂੰ ਦਰਸਾਉਂਦੀ ਹੈ ਚੀਜ਼। ਜਿਸ ਤਰ੍ਹਾਂ ਆਪਾਂ ਕਹਿਣਾ ਹੋਵੇ ਸ਼ੀ ਵਾਜ਼ ਇਨ ਦਾ ਰੂਮ, ਉਹ ਕਮਰੇ ਦੇ ਵਿੱਚ ਸੀ, ਪਰ ਅਗਰ ਉਹ ਕਮਰੇ ਵਿੱਚ ਗਈ ਤਾਂ ਅਸੀਂ ਉਸ ਲਈ ਇਨ ਨਹੀਂ ਇਨਟੂ ਯੂਜ਼ ਕਰਾਂਗੇ। ਇਸੇ ਤਰ੍ਹਾਂ ਥਰੋ ਹੈ, ਥਰੋ ਦਾ ਮਤਲਬ ਹੀ ਹੁੰਦਾ ਉਸ ਦੇ ਦੁਆਰਾ। ਅੰਡਰ ਵੀ ਨੀਚੇ, ਇਨਸਾਈਡ ਅੰਦਰ, ਆਊਟਸਾਈਡ ਬਾਹਰ। ਹੁਣ ਇਸ ਨਾਲ ਰਿਲੇਟਡ ਅਲੱਗ-ਅਲੱਗ ਸੈਂਟੈਂਸ ਕਰਕੇ ਇਹਨਾਂ ਦੇ ਮੀਨਿੰਗ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹਨਾਂ ਵਿੱਚ ਕਿਹੜਾ ਮੀਨਿੰਗ ਬਣਦਾ ਹੈ ਸੈਂਟੈਂਸ ਵਿੱਚ। ਪਹਿਲਾ ਦੇਖੋ, ਦ ਬੁੱਕ ਇਜ਼ ਡੈਸ਼ ਦ ਟੇਬਲ। ਦ ਬੁੱਕ ਇਜ਼ ਡੈਸ਼ ਦ ਟੇਬਲ, ਜੋ ਕਿਤਾਬ ਹੈ ਉਹ ਮੇਜ਼ ਦੇ ਉੱਪਰ ਪਈ ਹੈ, ਤਾਂ ਅਸੀਂ ਇੱਥੇ ਕੀ ਲਿਖਾਂਗੇ, ਦ ਬੁੱਕ ਇਜ਼ ਔਨ ਦ ਟੇਬਲ। ਇੱਥੇ ਆਵੇਗਾ ਔਨ ਦ ਟੇਬਲ, ਕਿਉਂਕਿ ਅਸੀਂ ਔਨ ਨੂੰ ਇੱਥੇ ਯੂਜ਼ ਕਰਿਆ ਹੈ ਕਿ ਉਹ ਉੱਪਰ ਪਈ ਹੈ। ਨੈਕਸਟ ਦੇਖੋ, ਪਲੀਜ਼ ਸਟੈਂਡ ਡੈਸ਼ ਅ ਲਾਈਨ। ਹੁਣ ਇਸ ਦਾ ਮਤਲਬ ਹੈ ਕਿ ਪਲੀਜ਼ ਸਟੈਂਡ ਡੈਸ਼ ਅ ਲਾਈਨ, ਇੱਕ ਲਾਈਨ ਵਿੱਚ ਖੜੇ ਹੋ ਜਾਓ, ਵਿੱਚ ਯਾਨੀ ਕਿ ਇਨ। ਪਲੀਜ਼ ਸਟੈਂਡ ਇਨ ਅ ਲਾਈਨ, ਇੱਕ ਕਤਾਰ ਵਿੱਚ ਖੜੇ ਹੋ ਜਾਓ। ਹੁਣ ਅਸੀਂ ਇੱਥੇ ਔਨ ਤਾਂ ਨਹੀਂ ਕਹਿ ਸਕਦੇ, ਪਲੀਜ਼ ਸਟੈਂਡ ਔਨ ਅ ਲਾਈਨ। ਉਸ ਦਾ ਮਤਲਬ ਤਾਂ ਇਹ ਹੋ ਗਿਆ ਕਿ ਜਿਵੇਂ ਅਸੀਂ ਕੋਈ ਲਾਈਨ ਡਰਾ ਕੀਤੀ ਹੋਈ ਸੀ, ਅਸੀਂ ਉਸ ਉੱਤੇ ਖੜਨ ਲਈ ਕਹਿ ਰਹੇ ਹਾਂ, ਪਰ ਇਹ ਜਿਵੇਂ ਹੈ ਕਿ ਇੱਕ ਲਾਈਨ ਬਣਾ ਲਵੋ, ਯਾਨੀ ਕਿ ਲਾਈਨ ਦੇ ਵਿੱਚ ਖੜੇ ਹੋ ਜਾਓ। ਅੱਗੇ, ਆਈ ਵੀਅਰ ਅ ਰਿੰਗ ਡੈਸ਼ ਮਾਈ ਫਿੰਗਰ। ਆਈ ਵੀਅਰ ਅ ਰਿੰਗ ਔਨ ਮਾਈ ਫਿੰਗਰ, ਉੱਤੇ ਯਾਨੀ ਕਿ ਉਸਦੀ ਉਂਗਲ ਉੱਤੇ ਇੱਕ ਰਿੰਗ ਹੈ। ਨੈਕਸਟ, ਸ਼ੀ ਇਜ਼ ਨॉट ਇੰਟਰਸਟਿਡ ਡੈਸ਼ ਡਿਸਟੈਂਸ। ਦੇਖੋ ਇੱਥੇ ਕੀ ਆਏਗਾ, ਸ਼ੀ ਇਜ਼ ਨॉट ਇੰਟਰਸਟਿਡ ਡੈਸ਼ ਡਿਸਟੈਂਸ, ਉਹ ਇਸ ਡਾਂਸ ਦੇ ਵਿੱਚ ਇੰਟਰਸਟਿਡ ਨਹੀਂ, ਤਾਂ ਇਨ। ਵੈਸੇ ਵੀ ਜੋ ਇੰਟਰਸਟਿਡ ਵਰਡ ਹੈ ਇਸ ਦੇ ਨਾਲ ਇਨ ਹੀ ਯੂਜ਼ ਹੁੰਦਾ ਹੈ। ਨੈਕਸਟ, ਦ ਮੋਟਰਸਾਈਕਲ ਇਜ਼ ਡੈਸ਼ ਸੇਲ। ਦ ਮੋਟਰਸਾਈਕਲ ਇਜ਼ ਔਨ ਸੇਲ, ਜੋ ਮੋਟਰਸਾਈਕਲ ਹੈ ਉਹ ਸੇਲ ਤੇ ਹੈ, ਅਸੀਂ ਕਹਿ ਦਿੰਦੇ ਹਾਂ ਕਿ ਉਹ ਸੇਲ ਤੇ ਲੱਗਿਆ ਹੋਇਆ ਹੈ। ਦ ਕੈਟ ਇਜ਼ ਡੈਸ਼ ਦ ਚੇਅਰ। ਇਹ ਦੇਖੋ, ਹੁਣ ਇਸ 'ਚ ਤੁਸੀਂ ਆਪਸ਼ਨਸ ਨਾਲ ਦੇਖੋਗੇ ਕਿ ਇਸ ਵਿੱਚ ਕਿਹੜਾ ਜ਼ਿਆਦਾ ਸੂਟ ਕਰ ਰਿਹਾ ਹੈ। ਇਸ ਵਿੱਚ ਤਾਂ ਹੁਣ ਅਸੀਂ ਦ ਕੈਟ ਇਜ਼ ਅੰਡਰ ਦ ਚੇਅਰ ਵੀ ਆ ਸਕਦਾ ਹੈ, ਅੰਡਰ ਕਿ ਕੈਟ ਜੋ ਹੈ ਉਹ ਚੇਅਰ ਦੇ ਥੱਲੇ ਹੈ, ਜਾਂ ਫਿਰ ਹੋ ਸਕਦਾ ਹੈ ਕੈਟ ਚੇਅਰ ਦੇ ਉੱਤੇ ਬੈਠੀ ਹੋਵੇ, ਦ ਕੈਟ ਇਜ਼ ਅਬਵ ਦ ਚੇਅਰ, ਜਾਂ ਕੈਟ ਇਜ਼ ਔਨ ਦ ਚੇਅਰ। ਇਸ ਤੁਸੀਂ ਆਪਸ਼ਨਸ ਦੇਖੋਗੇ। ਨੈਕਸਟ ਹੈ, ਆਈ ਵਿਲ ਮੀਟ ਯੂ ਡੈਸ਼ 6 PM। ਹੁਣ ਇੱਥੇ ਸਾਡੇ ਕੋਲ ਇੱਕ ਫਿਕਸਡ ਟਾਈਮ ਹੈ, ਜਦੋਂ ਵੀ ਸਾਡੇ ਕੋਲ ਇੱਕ ਫਿਕਸਡ ਟਾਈਮ ਹੋਵੇ ਤਾਂ ਅਸੀਂ ਆਲਵੇਜ਼ ਐਟ ਯੂਜ਼ ਕਰਦੇ ਹਾਂ। ਆਈ ਵਿਲ ਮੀਟ ਯੂ ਐਟ 6 PM। ਨੈਕਸਟ ਦੇਖੋ, ਹੀ ਕਲਾਈਮਡ ਡੈਸ਼ ਦ ਲੈਡਰ। ਹੁਣ ਜੋ ਲੈਡਰ ਹੈ मतलब जो सीढ़ी है या पौड़ी है उस पर कोई क्लाइंब करेगा, चढ़ेगा तो ऊपर ही चढ़ेगा ना, तो उसमें से कहते हैं अप। ही क्लाइंब्ड अप द लैडर, मतलब वो उसके उत्ते चढ़ रहा है। नेक्स्ट देखो, राम लाफ्ट डैश हिज जोक। जो लाफ्ट है इस नाल हमेशा जो प्रैपोजिशन यूज होंदी है वो होंदी है एट। राम लाफ्ट एट हिज जोक, राम उसके जोक ते हसिया। एट का मतलब भी पंजाबी विच ते नाल ही रिलेट किया जाता है। नैक्सट देखो, डू यू एक्सरसाइज डैश द मॉर्निंग। इस विच तुसी देखो कि ट्राई करो प्रैपोजिशन फिल करने की। डू यू एक्सरसाइज ऑन द मॉर्निंग, कि तुसी सवेर दे उत्ते एक्सरसाइज करते हो। डू यू एक्सरसाइज एट द मॉर्निंग, कि तुहानूं इस विच फिक्सड टाइम दिता होया है। देखो इस विच नो फिक्स टाइम है, जे इस विच फिक्सड टाइम होंदा तो असीं एट यूज़ कर सकते सी, पर इस विच नो फिक्स टाइम है, तो जदों भी नो फिक्स टाइम होवे तो असीं उत्थे इन यूज़ करते हैं। डू यू एक्सरसाइज इन द मॉर्निंग,
क्योंकि इन जो साडे कोल एक जनरल बन जाता है कि सवेर विच कदे भी, सवेर तो क्योंकि शुरू हो के जद तो सूरज चढ़ गया दोपहर तक सवेर ही रहिंदी है, तो उसनूं असीं इन यूज़ कर लांगे। जे इत्थे हुंदा डू यू एक्सरसाइज एट 6 AM इन द मॉर्निंग, तो उत्थे एट आ जाना सी, क्योंकि 6 AM फिक्स टाइम हो गया। चलते हैं अपने नैक्सट सेंटेंसिस ते। देखो सेंटेंस नंबर 11, पिक इट डैश, पिक इट अप, इसनूं चक लवो। जो असीं किसी चीज़ नूं पिक करते हाँ तो पिक हमेशा उपर नूं ही हुंदा है, पिक डाउन तो नहीं होएगा ना, हमेशा जो पिक करना है असीं किसी भी चीज़ नूं पिक करते हाँ तो वह उपर ही हुंदा है। नैक्सट देखो, शी इज़ मैरिड डैश अ लायर, शी इज़ मैरिड टू अ लायर। टू इत्थे यूज़ क्यों होया है, क्योंकि जो मैरिड वर्ड है इस तरह की वर्ब है जो टू ही चकदी। बहुत सारे वर्ब्स हैं जिन्हां नाल फिक्सड प्रपोजिशनस ही चलदियां हैं, मैरिड नाल हमेशा टू ही चलेगा जदों भी सानू इसका नाउन एक फिक्स दिता होया है। नैक्सट देखो, टेक योर सिस्टर डैश यू, टेक योर सिस्टर विद यू, कि अपनी सिस्टर नूं अपने नाल लै जाओ, क्योंकि विद का मतलब की हुंदा है नाल। ही वॉज बॉर्न डैश 19 जुलाई, देखो हुण इस विच की तुसीं की दस सकते हो, इस विच ही वॉज बॉर्न कि आपां इस विच इन लिख सकते हाँ। 19 जुलाई तो एक दिन सानू एक डेट दिती हुई, उसके विच तां असीं नहीं जा सकते ना असीं एट लिख सकते हैं क्योंकि फिक्सड टाइम नहीं दिता होया। इससे किया जाएगा ही वॉज बॉर्न ऑन 19 जुलाई। जदों भी सानू कोई फिक्सड डेट दिती हुई होवे, फिक्सड डेट ਜਾਂ फिर डे, तो असी उस लिए ऑन यूज़ करते हाँ, ऑन यूज़ करते हैं किसी फिक्सड डेट लिए या फिक्सड डे लिए। नैक्सट, गो डैश द स्टेयर्स, गो डैश द स्टेयर्स, गो अप द स्टेयर्स, यानी कि सीढ़ियां दे उत्ते चले जाओ। नैक्सट देखो, एक्सरसाइज इज़ गुड डैश हेल्थ, हुण इत्थे जो एक्सरसाइज है वो हैल्थ दे लई चंगी है, एक्सरसाइज इज़ गुड फॉर हैल्थ। प्रैपोजिशनस नूं करने का एक बेस्ट वे ये भी है कि जिन्नियां तुहानूं ऑप्शनस दित्तियां होणगीਆਂ उन्हां नाल रिलेट कर करके देखो तुहानूं सब तो ज़्यादा सूटेबल किहड़ी लगती है। मैं इसलिए हर सेंटेंस नूं इन्ना ज़्यादा एक्सप्लेन कर रही हाँ कि जो बच्चे इस विच थोड़ा वीक भी हैं उन्होंने भी समझ आ जाए कि असीं किवें एक नूं चूज़ करते हैं। नैक्सट देखो, नर्स वाज गुड डैश मी, हुण की असीं इत्थे फॉर ला सकते हैं ना, नर्स वाज गुड फॉर मी, कि नर्स मेरे लिए चंगी सी। गुड फॉर तो कोई चीज़ तां होएगी जिवें असीं उसनूं कोई जिवें कोई चीज़ होवे जिसनूं असीं कह दईए कि वो गुड साबित होई तुहाडे लई, पर वो नर्स ने उस नाल गुड इसलिए क्योंकि उसने गुड बिहेव किया। द नर्स वाज गुड टू मी, ठीक है, क्योंकि ये उसने उसका बिहेव के हिसाब नाल उसने दस्सिया कि वो गुड सी, तो असीं इत्थे लिखते हैं टू। जिस तरह आप कह दईए ही वाज बैड टू मी, उसने मेरे नाल बुरा व्यवहार किया। ਜਾਂ फिर मैन शुड बी काइंड टू एनीमल्स, कि जानवरां नाल दयालुता दिखानी चाहिए है, ठीक है। नैक्सट देखो, वी आर सॉरी डैश योर लॉस, वी आर सॉरी फॉर योर लॉस, ठीक है। आई एम बैड डैश सिंगिंग, इत्थे आवेगा एट, आई एम बैड एट सिंगिंग, कि मैनू गाण विच मैं इन्ना वधिया नहीं हाँ। इत्थे असीं यूज़ हमेशा इदा करते जिवें आई एम गुड एट बैड एट, या आई एम गुड एट मैथ्स, आई एम बैड एट सिंगिंग, आर यू गुड एट प्लेइंग, ठीक है। शी इज़ अफ्रेड डैश स्नेक्स, जो ये अफ्रेड वर्ड है ये हमेशा ऑफ प्रैपोजिशन चकदा है, शी इज़ अफ्रेड ऑफ स्नेक्स, ठीक है, इस दे नाल हमेशा ही ऑफ लगता है। मैं तुहानूं इन्ने सेंटेंस विच ज़्यादातर प्रपोजिशन कवर करने की पूरी कोशिश की है। बाकी इस दे नाल मैं एक एक्सरसाइज बनाई है जो तुसीं खुद करके देखनी है।
ਇਸ ਐਕਸਰਸਾਈਜ਼ ਦੇ ਕੁਐਸਚਨ ਜਾਂ ਨੋਟ ਕਰ ਲਵੋ ਜਾਂ ਫਿਰ ਸਕਰੀਨਸ਼ਾਟ ਲੈ ਕੇ ਇਹਨਾਂ ਦਾ ਖੁਦ ਆਨਸਰ ਫਿਲ ਕਰਨ ਦੀ ਟਰਾਈ ਕਰੋ। ਧੰਨਵਾਦ। ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਇਸੇ ਤਰ੍ਹਾਂ ਦੀਆਂ ਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾ ਲਿਓ। ਚੈਨਲ ਉੱਤੇ ਜਾ ਕੇ ਤੁਸੀਂ ਵਾਰਡ ਅਟੈਂਡੈਂਟ ਦੇ ਐਗਜ਼ਾਮ ਸੰਬੰਧੀ ਹੋਰ ਵੀਡੀਓਜ਼ ਵੀ ਦੇਖ ਸਕਦੇ ਹੋ। ਇਸ ਸੰਬੰਧੀ ਤੁਸੀਂ ਸਾਡੇ ਟੈਲੀਗ੍ਰਾਮ ਤੇ ਇੰਸਟਾਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ, ਜਿਨ੍ਹਾਂ ਦੇ ਲਿੰਕ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤੇ ਹੋਏ ਹਨ। ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ, ਉਦੋਂ ਤੱਕ ਲਈ ਧੰਨਵਾਦ।